गुरु नानक देव पातशाह जी वड्डे हो रहे ने शरीरिक पक्ष तो। ਹੁਣ ਜਦੋਂ ਸਰੀਰਿਕ ਪੱਧਰ ਤੋਂ ਵੱਡੇ ਹੋ ਰਹੇ ਨੇ ਤੇ ਘਰ ਦਾ ਇੱਕ ਮਾਹੌਲ ਹੁਣ ਇਹ ਵੀ ਬਣ ਜਾਂਦਾ ਕਿ ਹੁਣ ਬੱਚੇ ਨੂੰ ਵਿੱਦਿਆ ਵਾਸਤੇ ਕਿੱਥੇ ਲਾਇਆ ਜਾਵੇ, ਇੱਕ ਬਹੁਤ ਵੱਡਾ ਸਵਾਲ ਹੁੰਦਾ ਆ। ਹੁਣ ਇਹ ਉਹਨਾਂ ਲੋਕਾਂ ਨੂੰ ਜਵਾਬ ਆ ਜੀ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਇਕੱਲਾ ਅਨੁਭਵੀ ਗਿਆਨ ਚਾਹੀਦਾ ਆ। ਮੈਂ ਪਹਿਲਾ ਲਫ਼ਜ਼ ਵਰਤ ਚੁੱਕਾ ਆ ਕਿ ਰਾਮ ਨਾਰਾਇਣ, ਸ਼ਿਵ ਨਾਰਾਇਣ, ਉਸ ਤੋਂ ਬਾਅਦ ਬਾਬਾ ਕਾਲੂ ਜੀ, ਇਹ ਲੋਕ ਐਜੂਕੇਟਡ ਨੇ, ਇਹ ਲੋਕ ਅਨਪੜ੍ਹ ਨਹੀਂ ਹੈ। ਪਟਵਾਰੀ ਦੀ ਪੋਸਟ ਤੇ ਬਹਿਣਾ ਵੀ ਸਰਕਾਰੀ ਅਹੁਦੇ ਤੇ ਲੱਗਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀਗਾ। ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪਰਿਵਾਰ ਪੜ੍ਹਿਆ ਲਿਖਿਆ ਪਰਿਵਾਰ ਹੈ ਤੇ ਫਿਰ ਇਹ ਕਿਵੇਂ ਹੋ ਸਕਦਾ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਪੜ੍ਹਨ ਨਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬਕਾਇਦਾ ਟੀਚਰਾਂ ਕੋਲ ਜਾਂਦੇ ਆ ਤੇ ਉੱਥੇ ਜਾ ਕੇ ਦੁਨਿਆਵੀ ਵਿੱਦਿਆ ਹਾਸਲ ਕਰਦੇ। ਸਾਡੇ ਕੋਲ ਪੰਡਤ ਗੋਪਾਲ ਜੀ ਦੀ ਗੱਲ ਆਉਂਦੀ ਹੈ, ਸਾਡੇ ਕੋਲ ਪੰਡਤ ਬ੍ਰਿਜਨਾਥ ਦੀ ਗੱਲ ਆਉਂਦੀ ਹੈ, ਸਾਡੇ ਕੋਲ ਕੁਤੁਬਦੀਨ ਦੀ ਗੱਲ ਆਉਂਦੀ ਹੈ। ਇਹ ਗੁਰੂ ਨਾਨਕ ਦੇ ਟੀਚਰ ਨੇ ਦੁਨਿਆਵੀ ਤੌਰ ਤੇ। ਹੁਣ ਇੱਕ ਸਵਾਲ ਹੋਰ ਖੜਾ ਹੋ ਜਾਏਗਾ ਕਿਉਂਕਿ ਲੋਕਾਂ ਨੇ ਸਵਾਲ ਚੋਂ ਸਵਾਲ ਖੜਾ ਕਰਨਾ ਹੁੰਦਾ ਕਿ ਜੇ ਗੁਰੂ ਨਾਨਕ ਸਰਬ ਕਲਾ ਸੰਪੂਰਨ ਹੈ ਫਿਰ ਗੁਰੂ ਨਾਨਕ ਨੂੰ ਪੜ੍ਹਨ ਦੀ ਕੀ ਲੋੜ ਹੈ। ਕਲਾਸ ਵਿੱਚ ਖੜਾ ਹੋਇਆ ਟੀਚਰ ਬਲੈਕ ਬੋਰਡ ਤੇ ਸਵਾਲ ਹੱਲ ਕਰ ਰਿਹਾ, ਉਹ ਦੱਸ ਰਿਹਾ ਕਿ 2 ਦੂਣੀ 4 ਹੈ, 3 ਦੂਣੀ 6 ਆ ਭਾਈ, ਇਦਾਂ ਕਰਕੇ ਜੋੜ ਘਟੋ ਕਰਕੇ ਇਦਾਂ ਲਿਖ ਦਿਓ ਭਾਈ, ਆਹ ਤੁਹਾਡਾ ਆਨਸਰ ਹੈ। ਕੋਈ ਉਹਨੂੰ ਸਵਾਲ ਪੁੱਛੇ ਕਿ ਤੂੰ ਟੀਚਰ ਹੈ, ਤੈਨੂੰ ਡਿਗਰੀਆਂ ਮਿਲੀਆਂ ਹੋਈਆਂ ਤੇ ਤੂੰ ਬਲੈਕ ਬੋਰਡ ਤੇ ਆਹ ਛੋਟੇ ਮੋਟੇ ਸਵਾਲ ਕਿਉਂ ਕਰ ਰਿਹਾ? ਉਹ ਕਹਿੰਦਾ ਮੈਨੂੰ ਪਤਾ ਮੈਂ ਟੀਚਰ ਆ, ਮੈਂ ਪੜ੍ਹਿਆ ਲਿਖਿਆ, ਮੈਨੂੰ ਡਿਗਰੀਆਂ ਮਿਲੀਆਂ, ਬਲੈਕ ਬੋਰਡ ਤੇ ਮੈਂ ਤਾਂ ਲਿਖ ਰਿਹਾ ਤਾਂ ਕਿ ਆਹ ਜਿਹੜੇ ਬੱਚੇ ਬੈਠੇ ਇਹਨਾਂ ਨੂੰ ਸਮਝ ਆ ਜਾਵੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸੰਪੂਰਨ ਨੇ, ਸਭ ਤੋਂ ਵੱਡਾ ਸਤਿਗੁਰੂ ਨਾਨਕ ਹੈ, ਪਰ ਉਹਨੇ ਉਹ ਜ਼ਿੰਦਗੀ ਸਾਨੂੰ ਜੀ ਕੇ ਦਿਖਾਈ ਹੈ ਇੱਕ ਬਲੈਕ ਬੋਰਡ ਦੀ ਤਰ੍ਹਾਂ ਕਿ ਆਹ ਜਿਹੜੀ ਜ਼ਿੰਦਗੀ ਮੈਂ ਜੀ ਕੇ ਚੱਲਿਆ ਆ ਤੇ ਇਹ ਜ਼ਿੰਦਗੀ ਤੁਸੀਂ ਜੀਣੀ ਹੈ। ਆਪਣੀ ਜ਼ਿੰਦਗੀ ਜੀ ਕੇ ਸਾਡੇ ਸਾਹਮਣੇ ਇੱਕ ਚਾਨਣ ਮੁਨਾਰਾ, ਇੱਕ ਉਦਾਹਰਨ ਸੈੱਟ ਕਰ ਗਿਆ ਗੁਰੂ ਨਾਨਕ ਕਿ ਜਿੱਦਾਂ ਦੀ ਜ਼ਿੰਦਗੀ ਮੈਂ ਜੀ ਆ ਇਦਾਂ ਦੀ ਜ਼ਿੰਦਗੀ ਤੁਸੀਂ ਵੀ ਜੀਣੀ ਆ। ਤਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ ਕਿ ਜਿੱਦਾਂ ਦੀ ਬਾਬਾ ਜ਼ਿੰਦਗੀ ਜੀ ਕੇ ਚੱਲਿਆ, ਸਿੱਖਾ ਤੇਰਾ ਵੀ ਫਰਜ਼ ਬਣਦਾ ਤੂੰ ਵੀ ਜ਼ਿੰਦਗੀ ਇਦਾਂ ਦੀ ਜੀਣੀ ਹੈ। ਹੁਣ ਜਦੋਂ ਪੜ੍ਹਾਈ ਵਾਸਤੇ ਜਾਂਦੇ ਆ, ਆਪ ਨੂੰ ਪਤਾ ਹੈ ਕਈ ਉੱਥੇ ਗੱਲਾਂ ਹੁੰਦੀਆਂ ਆ, ਜਦੋਂ ਪੰਡਤ ਗੋਪਾਲ ਵਰਗੀ ਜੀ ਦੇ ਸ਼ਬਦ ਪਵਾਉਂਦੇ ਕਿ ਊੜਾ ਸ਼ਬਦ ਲਿਖੋ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਊੜਾ ਲਿਖਦੇ ਆ, ਪਰ ਸਤਿਗੁਰ ਜੀ ਇੱਕ ਸਵਾਲ ਕਰਦਾ ਕਿ ਇਸ ਊੜੇ ਦਾ ਅਰਥ ਕੀ ਹੈ, ਇਸ ਊੜੇ ਦਾ ਅਰਥ ਕੀ ਹੈ। ਪਰ ਪੰਡਤ ਗੋਪਾਲ ਜੀ ਕਹਿੰਦੇ 2 ਅੱਖਰ ਮਿਲਣਗੇ ਆਪਸ ਵਿੱਚ, 2 ਸ਼ਬਦਾਂ ਦਾ ਜੋੜ ਹੋਏਗਾ, 2 ਅੱਖਰਾਂ ਦਾ ਜੋੜ ਹੋਏਗਾ, ਇੱਕ ਸ਼ਬਦ ਬਣੇਗਾ, ਫਿਰ ਉਸ ਸ਼ਬਦ ਦਾ ਮੀਨਿੰਗ ਨਿਕਲ ਸਕਦਾ। ਇਕੱਲੇ ਇੱਕ ਅੱਖਰ ਦਾ ਕੋਈ ਅਰਥ ਨਹੀਂ ਹੁੰਦਾ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਕਮਾਲ ਹੋ ਗਿਆ, ਫਿਰ ਮੈਨੂੰ ਉਹ ਤੁਸੀਂ ਅੱਖਰ ਪੜ੍ਹਾ ਕਿਉਂ ਰਹੇ ਹੋ ਜਿਹਦਾ ਕੋਈ ਅਰਥ ਹੀ ਨਹੀਂ ਹੈ। ਸਵਾਲ ਹੈ ਨਾ, ਉਹ ਤੁਸੀਂ ਮੈਨੂੰ ਕਿਉਂ ਪੜ੍ਹਾ ਰਹੇ ਹੋ ਜਿਹਦਾ ਕੋਈ ਅਰਥ ਹੀ ਨਹੀਂ ਹੈ। ਤੇ ਤੁਹਾਨੂੰ ਲੱਗਦਾ ਨਹੀਂ ਕਿ ਊੜੇ ਦਾ ਕੋਈ ਅਰਥ ਹੋ ਸਕਦਾ, ਐੜੇ ਦਾ ਕੋਈ ਅਰਥ ਹੋ ਸਕਦਾ ਆ, ਕੋਈ ਈੜੀ ਦਾ ਅਰਥ ਹੋ ਸਕਦਾ, ਸੱਸੇ ਦਾ ਕੋਈ ਅਰਥ ਹੋ ਸਕਦਾ ਆ। ਕਹਿੰਦੇ ਮੈਨੂੰ ਨਹੀਂ ਪਤਾ, ਮੈਂ ਤਾਂ ਇਹ ਕਹਿ ਸਕਦਾ ਕਿ 2 ਅੱਖਰ ਜੁੜਨਗੇ, ਇੱਕ ਸ਼ਬਦ ਬਣੇਗਾ, ਉਸ ਸ਼ਬਦ ਦਾ ਮੈਂ ਤੈਨੂੰ ਕੀ ਅਰਥ ਦੱਸ ਸਕਦਾ ਆ, ਪਰ ਇਕੱਲੇ ਅੱਖਰ ਦਾ ਮੈਂ ਤੈਨੂੰ ਕੋਈ ਅਰਥ ਨਹੀਂ ਦੱਸ ਸਕਦਾ। ਕਈ ਵਿਦਵਾਨਾਂ ਨੇ ਗੱਲ ਲਿਖੀ ਆ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਸ ਉਮਰ ਦੇ ਅੰਦਰ ਹੀ ਕੱਲੇ ਕੱਲੇ ਅੱਖਰ ਦਾ ਫਿਰ ਅਰਥ ਦੱਸਿਆ ਕਿ ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ। ਤੁਸੀਂ ਪੜ੍ਹਦੇ ਹੋ ਜਿਹੜੀ ਆਪਾਂ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬਾਣੀ ਪੜ੍ਹਦੇ ਆ, ਪੱਟੀ ਲਿਖੀ ਗੁਰੂ ਅਮਰਦਾਸ ਪਾਤਸ਼ਾਹ ਦੀ ਵੀ ਬਾਣੀ ਹੈ, ਉਹਦਾ ਨਾਮ ਹੈ ਕੱਲਾ ਪੱਟੀ, ਪਰ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬਾਣੀ ਆ ਉਹਦਾ ਨਾਮ ਹੈ ਪੱਟੀ ਲਿਖੀ। ਇਹ ਤੋਂ ਸਿੱਧ ਹੋ ਜਾਂਦਾ ਹੈ ਕਿ ਗੁਰੂ ਨਾਨਕ ਨੇ ਪੂਰੇ 35 ਅੱਖਰਾਂ ਦੀ ਉਹ ਪੱਟੀ ਲਿਖ ਕੇ ਦਿਖਾ ਦਿੱਤੀ ਕਿ ਆਹ ਦੇਖੋ ਜੀ ਪਾਂਦਾ ਜੀ, ਕਿ ਮੈਨੂੰ ਲੱਗਦਾ ਆ ਕਿ ਇੱਕ ਇੱਕ ਅੱਖਰ ਦੇ ਵਿੱਚੋਂ ਵੀ ਅਸੀਂ ਬਹੁਤ ਕੁਝ ਸਿੱਖ ਸਕਦੇ ਆ। ਛੋਟੀ ਜਿਹੀ ਉਦਾਹਰਨ ਹੈ, ਬਸ ਜ਼ਿਆਦਾ ਨਹੀਂ ਖੋਲੂੰਗਾ, ਪਰ ਇਹਦੇ ਕੋਲ ਸਿੱਖਣਾ ਕੀ ਸੀਗਾ ਆਪਾਂ ਨੇ। ਅੱਜ ਸਾਰਿਆਂ ਦੇ ਬੱਚੇ ਮੇਰੇ ਸਮੇਤ ਸਭ ਦੀ ਦੌੜ ਲੱਗੀ ਆ ਕਿ ਕੌਨਵੈਂਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਣੇ ਆ, ਸਭ ਦੀ ਦੌੜ ਲੱਗੀ ਹੈ। BCM ਦੇ ਵਿੱਚ ਮੇਰੇ ਖਿਆਲ 'ਚ ਹਜ਼ਾਰਾਂ ਦੇ ਵਿੱਚ ਸੀਟਾਂ ਲੋਕਾਂ ਨੇ ਭਰਤੀਆਂ ਕਿ ਸਾਡੀਆਂ ਸੀਟਾਂ ਤੁਸੀਂ ਦੇ ਦਿਓ। ਸਿਰਫ ਬੱਚੇ ਰੱਖਣੇ ਸੀਗੇ 80 ਤੇ ਹਜ਼ਾਰਾਂ ਦੇ ਹਿਸਾਬ ਨਾਲ
ਐਸੇ ਵੀ ਮਾਂ-ਬਾਪ ਸਾਨੂੰ ਮਿਲੇ ਆ ਜੀ, ਜਿਨ੍ਹਾਂ ਨੇ ਕਿਹਾ ਲੱਖ ਲੱਖ, 2-2 ਲੱਖ, 3-3 ਲੱਖ ਦੇਣ ਨੂੰ ਅਸੀਂ ਤਿਆਰ ਆ, ਸਾਨੂੰ ਪਰ BCM ਸਕੂਲ 'ਚ ਸੀਟ ਦਵਾ ਦਿਓ। ਲੋਕਾਂ ਦੀ ਦੌੜ ਲੱਗੀਆਂ ਨਾ ਕਿ ਸਾਡਾ ਬੱਚਾ ਵਧੀਆ ਸਕੂਲ 'ਚ ਪੜ੍ਹੇ, ਪਰ ਕਦੇ ਬਹਿ ਕੇ ਸੋਚਿਆ ਕਿ ਅਸੀਂ ਬੱਚਿਆਂ ਨੂੰ ਇਕੱਲੀ ਪੜ੍ਹਾਈ ਕਰਵਾ ਰਹੇ ਹਾਂ, ਪਰ ਅਸੀਂ ਬੱਚਿਆਂ ਨੂੰ ਇਨਸਾਨੀਅਤ ਵਾਲੀ ਪੜ੍ਹਾਈ ਨਹੀਂ ਕਰਵਾ ਰਹੇ। ਮੈਂ ਪਿਛਲੀ ਵਾਰੀ ਵੀ ਗੱਲ ਆਖੀ ਸੀਗੀ ਕਿ ਜਿੰਨਾ ਨੁਕਸਾਨ ਪੜ੍ਹੇ ਲਿਖੇ ਵਰਗ ਨੇ ਕੀਤਾ ਆ, ਉਨਾ ਨੁਕਸਾਨ ਅਨਪੜ੍ਹ ਵਰਗ ਨਹੀਂ ਕਰ ਸਕਦਾ। ਭਰੂਣ ਹੱਤਿਆ ਕੌਣ ਕਰ ਸਕਦਾ ਜੀ? ਡਾਕਟਰ। ਤੇ ਡਾਕਟਰ ਕੀ ਹੈ ਜੀ? ਪੜ੍ਹਿਆ ਲਿਖਿਆ। ਇੱਕ ਅਫਸਰ ਰਿਸ਼ਵਤ ਲੈਂਦਾ ਆ, ਰੋਡ ਤੇ ਖੜ ਕੇ ਸਟਾਰ ਲੱਗੇ ਹੋਏ ਆ, ਤੇ ਜਦੋਂ ਅਫਸਰ ਬਣਿਆ ਹੀ ਤਾਂ ਆ ਜੋ ਪੜ੍ਹਿਆ ਲਿਖਿਆ। ਇੱਕ ਜੱਜ ਬੈਠ ਕੇ ਗਲਤ ਫੈਸਲੇ ਸੁਣਾ ਰਿਹਾ ਆ, ਤੇ ਗਲਤ ਫੈਸਲੇ ਸੁਣਾ ਕਿਸੇ ਦੀ ਜ਼ਿੰਦਗੀ ਤਬਾਹ ਕਰ ਦਿੰਦਾ ਆ, ਤੇ ਜੱਜ ਕੀ ਹੈ ਜੀ? ਪੜ੍ਹਿਆ ਲਿਖਿਆ। ਹੁਣ ਪਰਮਾਣੂ ਬੰਬ ਜਿਹਦੇ ਪਰ ਸਾਰੀ ਦੁਨੀਆ ਟਿਕੀ ਹੈ ਕਿ ਇੱਕ ਬੰਬ ਡਿੱਗ ਗਿਆ ਦੁਨੀਆ ਤਬਾਹ ਆ, ਤੇ ਪਰਮਾਣੂ ਬੰਬ ਕਿਹਨੇ ਬਣਾਇਆ ਜੀ? ਪੜ੍ਹੇ ਲਿਖੇ ਨੇ, ਵੱਡੇ ਵੱਡੇ ਵਿਦਵਾਨਾਂ ਨੇ ਇਕੱਠੇ ਹੋ ਕੇ ਬਣਾਇਆ। ਮੈਂ ਇਹ ਨਹੀਂ ਕਹਿੰਦਾ ਕਿ ਪੜ੍ਹਾਈ ਨਹੀਂ ਕਰਨੀ ਚਾਹੀਦੀ, ਮੈਂ ਇਹ ਵੀ ਨਹੀਂ ਕਹਿੰਦਾ ਕਿ ਪੜ੍ਹਾਈ ਖਰਾਬ ਹੈ, ਪੜ੍ਹਾਈ ਸਾਨੂੰ ਗਲਤ ਰਾਹ ਤੇ ਤੋਰਦੀ ਹੈ, ਪਰ ਸਤਿਗੁਰ ਜੀ ਦੀ ਬਾਣੀ ਆਖਦੀਆਂ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਜੇ ਤੁਸੀਂ ਉਸ ਵਿਦਿਆ ਦੇ ਉੱਤੇ ਵਿਚਾਰ ਹੀ ਨਾ ਕੀਤੀ, ਉਸ ਵਿਦਿਆ ਨੂੰ ਸਮਝਿਆ ਹੀ ਨਹੀਂ, ਉਸ ਵਿਦਿਆ ਦੇ ਉੱਤੇ ਤੁਸੀਂ ਥੋੜਾ ਜਿਹਾ ਬੈਠ ਕੇ ਸੋਚਿਆ, ਸਮਝਿਆ ਹੀ ਨਹੀਂ, ਫਿਰ ਮਾਫ ਕਰੋ ਅਸੀਂ ਪੜ੍ਹੇ ਲਿਖੇ ਅਨਪੜ੍ਹ ਹੈ, ਜਿਹਨੂੰ ਸਤਿਗੁਰ ਦੀ ਗੁਰਬਾਣੀ ਨੇ ਆਖਿਆ ਕਿ ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ। ਮਾਲਕ ਕਹਿੰਦੇ ਤੂੰ ਲਾਲਚੀ ਵੀ ਬਣਿਆ ਹੋਇਆ, ਹੰਕਾਰੀ ਵੀ ਬਣਿਆ, ਐਸੀ ਤੇਰੀ ਪੜ੍ਹਾਈ ਖੂਹ ਖਾਤੇ ਹੈ। ਇਹੀ ਹੋ ਰਿਹਾ ਜੀ ਅੱਜ। ਉਹ ਕਹਿੰਦੇ ਇੱਕ ਮਾਂ ਨੇ ਨਾ ਜੀ, ਇੱਕ ਅਨਪੜ੍ਹ ਮਾਂ ਨੇ ਆਪਣੇ ਪੜ੍ਹੇ ਲਿਖੇ ਪੁੱਤ ਨੂੰ ਪੁੱਛ ਲਿਆ ਕਿ 10 ਪੁੱਤਰ, ਦੁਨੀਆ ਦੀ ਕਿਸ ਕਿਤਾਬ ਦੇ ਵਿੱਚ ਇਹ ਲਿਖਿਆ ਹੋਇਆ ਆ ਕਿ ਜਦੋਂ ਮਾਂ-ਬਾਪ ਬੁੱਢੇ ਹੋ ਜਾਵੇ ਉਹਨਾਂ ਨੂੰ ਘਰੋਂ ਬਾਹਰ ਕੱਢ ਦਿਓ? ਪੜ੍ਹਾਈਆਂ ਤਾਂ ਹੋ ਰਹੀਆਂ ਆ, ਪਰ ਇਨਸਾਨੀਅਤ ਵਾਲੀ ਪੜ੍ਹਾਈ, ਚੰਗੇ ਗੁਣਾਂ ਵਾਲੀ ਪੜ੍ਹਾਈ, ਸਬਰ ਸੰਤੋਖ ਸਹਿਜ ਧੀਰਜ ਵਾਲੀ ਪੜ੍ਹਾਈ, ਇਹ ਤਾਂ ਪੜ੍ਹਾਈ ਇੱਥੋਂ ਮਿਲਣੀ ਸੀਗੀ, ਪਰ ਇੱਥੋਂ ਅਸੀਂ ਆਪਣੇ ਬੱਚੇ ਤੋੜ ਕੇ ਇਸ ਤੋਂ ਇਲਾਵਾ 4 ਟਿਊਸ਼ਨਾਂ ਰੱਖੀਆਂ ਹੋਈਆਂ ਸਕੂਲ ਤੋਂ ਬਾਅਦ ਵੀ ਕਿ ਬੱਚਾ ਸਾਡਾ ਚੰਗਾ ਬੰਦਾ ਬਣ ਜਾਵੇ, ਉੱਚੇ ਪੋਸਟ ਤੇ ਬਹਿ ਜਾਵੇ। ਪਰ ਇਹ ਨਹੀਂ ਸੋਚਿਆ ਕਿ ਉੱਚੀ ਜੇ ਪੋਸਟ ਤੇ ਬੱਚਾ ਬੈਠੇਗਾ, ਜੇ ਉਹਦੇ ਅੰਦਰ ਗੁਰਬਾਣੀ ਵਾਲੇ ਗੁਣ ਨਹੀਂ ਹੋਣਗੇ ਤੇ ਮਾਫ ਕਰੋ ਫਿਰ ਉਹ ਬੰਦਾ ਪੜ੍ਹਿਆ ਲਿਖਿਆ ਕੱਲ੍ਹ ਨੂੰ ਆਪਣੇ ਸਮਾਜ ਦਾ ਨੁਕਸਾਨ ਕਰੇਗਾ। ਬਾਬੇ ਨੇ ਇਹੀ ਗੱਲ ਕਹੀ ਕਿ ਪੜ੍ਹਾਓ ਜੋ ਮਰਜ਼ੀ ਪਾਉਂਦਾ ਜੀ, ਕੋਈ ਚੱਕਰ ਨਹੀਂ, ਪਰ ਇੱਕ ਇੱਕ ਲਫ਼ਜ਼ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੋੜ ਕੇ ਸਾਨੂੰ ਅਰਥ ਸਿਖਾਇਓ, ਤਾਂ ਕਿ ਅਸੀਂ ਵਿਦਿਆ ਵੀ ਪੜ੍ਹੀਏ, ਅਸੀਂ ਪੜ੍ਹਾਈ ਵੀ ਪੜ੍ਹੀਏ, ਤੇ ਨਾਲ ਦੀ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਵੀ ਸਿੱਖੀਏ। ਇੱਧਰ ਵੀ ਜ਼ੋਰ ਦੇਣਾ ਹੈ। ਜਿੱਥੇ 4 ਟਿਊਸ਼ਨਾਂ ਲਾਈਆਂ ਉੱਥੇ ਇੱਥੇ ਵੀ ਜ਼ੋਰ ਦਿਓ। ਗੁਰੂ ਨਾਨਕ ਦੇਵ ਪਾਤਸ਼ਾਹ ਜਦੋਂ ਹੁਣ ਪਾਂਧਿਆਂ ਦੇ ਕਹਿੰਦੇ, ਪਹਿਲਾ ਨਾ ਤਾਂ ਗੁਰੂ ਨਾਨਕ ਤੋਂ ਪਹਿਲਾਂ ਜੀ ਤੇ ਨਾ ਗੁਰੂ ਨਾਨਕ ਤੋਂ ਬਾਅਦ, ਜਿਹੜੇ ਪਾਂਧਿਆਂ ਨੇ ਗੁਰੂ ਨਾਨਕ ਨੂੰ ਪੜ੍ਹਾਉਣਾ ਸੀ ਉਹ ਪਾਂਧੇ ਗੁਰੂ ਨਾਨਕ ਤੋਂ ਪੜ੍ਹੇ ਆ ਕਿ ਤੂੰ ਸਾਨੂੰ ਪੜ੍ਹਾ ਬਾਬਾ, ਤੇਰੇ ਤੋਂ ਪੜ੍ਹਨਾ, ਤੇਰੀ ਤਾਂ ਵਿਚਾਰੇ ਬੜੀ ਕਮਾਲ ਦੀ ਹੈ। ਦੇਖੋ ਵਿਚਾਰ, ਹੌਲੀ ਹੌਲੀ ਸਮਾਂ ਆਪਣੀ ਚਾਲ ਚੱਲਦਾ ਜੀ। ਸਿਰਫ ਅੱਜ ਥੋੜਾ ਜਿਹਾ ਮੈਂ ਬਹੁਤ ਇਤਿਹਾਸ ਖਿੱਚ ਲੈ ਜਾਣਾ ਕਿਉਂਕਿ ਬਹੁਤ ਪਿੱਛੇ ਆਪਾਂ ਕੋਲ ਮੈਟਰ ਪਿਆ ਆ, ਤੇ ਮੇਰਾ ਮਨ ਆ ਕਿ 6 ਦਿਨਾਂ ਚੋਂ ਆਪਣਾ ਕਲੀਅਰ ਹੋ ਜਾਵੇ। ਇਹ ਤੋਂ ਬਾਅਦ ਆਪਾਂ ਜਨੇਊ ਵਾਲੀ ਸਾਖੀ ਦੀ ਛੋਟੀ ਜਿਹੀ ਗੱਲ ਕਰ ਲੈਂਦੇ, ਜ਼ਿਆਦਾ ਨਹੀਂ ਖੋਲੂੰਗਾ। ਅੱਜ ਅਸੀਂ ਖੜੇ ਕੀਤੀਆਂ, ਫਿਰ ਇੱਥੇ ਵਿਚਾਰ ਕਰਨੀ ਪੈਣੀ ਆ। ਮੈਂ ਤਾਂ ਹੀ ਉਹ ਸ਼ਬਦ ਨਹੀਂ ਨਾ ਬੋਲੂੰਗਾ ਜੀ, ਮਿੱਟੀ ਧੁੰਦ ਜਗ ਚਾਨਣ ਹੋਆ। ਆਪਾਂ ਉਹਨੂੰ ਦੇਖਣਾ ਨਾਪ ਤੋਲ ਕਰਕੇ